ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਆਪਾਂ ਵਿਚਾਰ ਰਹੇ ਹਾਂ। 801 ਅੰਗ ਤੇ ਕਥਾ ਪਹੁੰਚੀ ਹੈ। ਰਾਗ ਬਿਲਾਵਲ ਹੈ। ਪੰਚਮ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ। ਚੌਪਦੇ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਚੌਪਦੇ ਘਰ ਪਹਿਲਾ, ਚਾਰ ਪਦਿਆਂ ਵਾਲਾ ਸ਼ਬਦ ਹੈ ਔਰ ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਓੰਕਾਰ ਜੋ ਸਰਬ ਦਾ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਨਦਰੀ ਆਵੈ ਤਿਸ ਸਿਉ ਮੋਹ, ਜੋ ਦਿਸ ਰਿਹਾ ਹੈ ਸਾਡਾ ਉਹਦੇ ਨਾਲ ਮੋਹ ਹੈ। ਜੋ ਸਾਨੂੰ ਦਿਸਿਆ ਹੀ ਨਹੀਂ ਉਹਦੇ ਨਾਲ ਸਾਡੀ ਕੋਈ ਮਮਤਾ ਨਹੀਂ। ਬੜੇ ਸੂਖਮ ਬਚਨ ਨੇ ਪੰਜਵੇਂ ਪਾਤਸ਼ਾਹ ਦੇ। ਜੋ ਦਿਸਦਾ ਹੈ ਉਹਦੇ ਨਾਲ ਮੋਹ ਹੈ। ਜੋ ਸਾਡੀ ਪਹੁੰਚ ਤੋਂ ਪਰੇ ਹੋਵੇ ਉਹਦੇ ਨਾਲ ਸਾਡੀ ਕੋਈ ਮਮਤਾ ਨਹੀਂ, ਕੋਈ ਮੋਹ ਨਹੀਂ। ਕਿਉਂਕਿ ਸਾਡੀ ਵਿਰਤੀ ਸਥੂਲ ਨੂੰ ਗ੍ਰਹਿਣ ਕਰਦੀ ਹੈ। ਸਾਡੀਆਂ ਅੱਖਾਂ ਸਥੂਲ ਨੂੰ ਗ੍ਰਹਿਣ ਕਰਦੀਆਂ ਨੇ, ਸਾਡੇ ਸ਼ਰਵਣ ਸਥੂਲ ਨੂੰ ਗ੍ਰਹਿਣ ਕਰਦੇ ਨੇ, ਸਾਡੀਆਂ ਇੰਦਰੀਆਂ ਕੇਵਲ ਸਥੂਲ ਨੂੰ ਸਪਰਸ਼ ਕਰਦੀਆਂ ਨੇ। ਜੋ ਜੋ ਸਾਡੀਆਂ ਇੰਦਰੀਆਂ, ਚਾਹੇ ਉਹ ਗਿਆਨ ਇੰਦਰੀਆਂ ਨੇ, ਕਰਮ ਇੰਦਰੀਆਂ ਨੇ, ਗ੍ਰਹਿਣ ਕਰ ਸਕਦੀਆਂ ਨੇ, ਸਾਡਾ ਕੇਵਲ ਉਹਦੇ ਨਾਲ ਮੋਹ ਹੈ। ਗਰਮੀਆਂ ਵਿੱਚ ਏਸੀ ਦੀ ਹਵਾ ਸਾਨੂੰ ਨਜ਼ਰ ਨਹੀਂ ਆਉਂਦੀ, ਕੇਵਲ ਸਰੀਰ ਦੀ ਚਮੜੀ ਸਪਰਸ਼ ਕਰਦੀ ਹੈ, ਸਾਡਾ ਉਹਦੇ ਨਾਲ ਵੀ ਮੋਹ ਪੈ ਜਾਂਦਾ। ਉਹਦੇ ਬਿਨਾਂ ਅਸੀਂ ਨਹੀਂ ਰਹਿ ਸਕਦੇ। ਸਰਦੀਆਂ ਵਿੱਚ ਧੁੱਪ ਚੜੀ ਹੋਵੇ ਤੇ ਉਹਦੇ ਨਾਲ ਮੋਹ ਪੈ ਜਾਂਦਾ। ਇੱਕਦਮ ਕਿਤੇ ਸੂਰਜ ਦੇ ਉੱਤੇ ਬੱਦਲੀ ਆ ਜਾਏ ਤੇ ਕਹਿੰਦੇ ਪਾਸੇ ਹਟ ਜੇ ਤੇ ਥੋੜਾ ਜਿਹਾ ਸੇਕ ਲੱਗੇ ਸਰੀਰ ਨੂੰ। ਉਹ ਇੰਦਰੀਆਂ ਨਾਲ ਤਾਂ ਦਿਸ ਰਿਹਾ ਪਰ ਸਾਡੇ ਸਰੀਰ ਦੀ ਚਮੜੀ ਉਸ ਨੂੰ ਗ੍ਰਹਿਣ ਕਰ ਰਹੀ ਹੈ। ਇਹ ਤੱਤਾ ਹੈ। ਜੋ ਜੋ ਸਾਡੀਆਂ ਇੰਦਰੀਆਂ ਗ੍ਰਹਿਣ ਕਰ ਸਕਦੀਆਂ ਨੇ ਉਹ ਸਥੂਲ ਹੈ। ਪੰਜੇ ਤੱਤ ਜਿਹੜੇ ਨੇ ਉਹ ਪੰਜੇ ਤੱਤ ਇੱਕ ਦੂਜੇ ਤੋਂ ਅੰਦਰ ਅੰਦਰ ਸੂਖਮ ਹੁੰਦੇ ਚਲੇ ਜਾਂਦੇ ਨੇ। ਧਰਤੀ ਸਥੂਲ ਹੈ, ਸਥੂਲ ਧਰਤੀ ਤੋਂ ਫਿਰ ਸੂਖਮ ਜਲ ਹੈ। ਇਸੇ ਕਰਕੇ ਜਲ ਧਰਤੀ ਤੋਂ ਕਈ ਗੁਣਾ ਵੱਧ ਹੈ। ਜਲ ਤੋਂ ਸੂਖਮ ਹੈ ਪਵਨ। ਪਵਨ ਸੂਖਮ ਹੈ। ਜਲ ਤਾਂ ਨਜ਼ਰ ਆ ਰਿਹਾ ਹੈ, ਕਿਸੇ ਭਾਂਡੇ 'ਚ ਇਕੱਠਾ ਵੀ ਕੀਤਾ ਜਾ ਸਕਦਾ, ਪਰ ਅਗਨੀ ਪਵਨ ਉਹਦੇ ਤੋਂ ਸੂਖਮ ਹੈ। ਉਹਨੂੰ ਕਿਸੇ ਭਾਂਡੇ 'ਚ ਇਕੱਠਾ ਨਹੀਂ ਕੀਤਾ ਜਾ ਸਕਦਾ। ਉਹਦੇ ਤੋਂ ਵੀ ਸੂਖਮ ਤੇ ਵਿਸਥਾਰ ਉਹਦਾ ਵੱਧ ਹੈ। ਪਾਣੀ ਨਾਲੋਂ ਵੱਧ ਅਗਨੀ ਹੈ। ਅਗਨੀ ਜਿਹੜੀ ਹੈ ਉਹ ਪਾਣੀ ਤੱਤਵ ਦਾ ਕਾਰਨ ਹੈ, ਉਹਦੇ ਨਾਲੋਂ ਵੱਧ ਸੂਖਮ। ਤੋ ਪਵਨ ਉਹ ਅਗਨੀ ਤੋਂ ਵੀ ਪ੍ਰਬਲ ਹੈ, ਸੂਖਮ ਹੈ। ਕਿਉਂਕਿ ਅਗਨੀ ਕਰਕੇ, ਪਵਨ ਕਰਕੇ ਅਗਨੀ ਜਿਹੜੀ ਪ੍ਰਚੰਡ ਹੁੰਦੀ। ਪਵਨ ਤੋਂ ਵੱਧ ਸੂਖਮ ਆਕਾਸ਼ ਹੈ। ਪਰ ਆਕਾਸ਼ ਨੂੰ ਭਾਵੇਂ ਅਸੀਂ ਵੇਖ ਨਹੀਂ ਸਕਦੇ, ਪਰ ਸਾਡੇ ਮਹਿਸੂਸ ਵਿੱਚ, ਅਨੁਭਵ ਵਿੱਚ ਆ ਜਾਂਦਾ।
ਹੁਣ ਜੋ ਨਜ਼ਰ ਆ ਰਿਹਾ ਹੈ, ਚਾਹੇ ਉਹ ਨੇਤਰਾਂ ਦੁਆਰਾ, ਚਾਹੇ ਇੰਦਰੀਆਂ ਦੁਆਰਾ, ਚਾਹੇ ਉਹ ਮਨ ਕਰਕੇ, ਸੁਰਤ ਕਰਕੇ, ਉਹਦੇ ਨਾਲ ਸਾਡਾ ਮੋਹ ਬਣ ਜਾਂਦਾ, ਉਹਦੇ ਨਾਲ ਸਾਡੀ ਮਮਤਾ ਬਣ ਜਾਂਦੀ ਹੈ। ਹਾਂਜੀ। ਕਿਉ ਮਿਲੀਐ ਪ੍ਰਭ ਅਬਨਾਸੀ ਤੋਹੇ। ਪਰ ਉਹ ਬ੍ਰਹਮ ਆਕਾਸ਼ ਤੋਂ ਵੀ ਵੱਧ ਸੂਖਸ਼ਮ ਜਿਹੜਾ ਹੈ, ਉਹ ਅਗਿਆਨ ਕਿਹਾ ਜਾਂਦਾ ਮਹਾਂਪੁਰਸ਼ਾਂ ਵੱਲੋਂ। ਅਗਿਆਨ ਤੋਂ ਵੀ ਅੱਗੇ ਜਾ ਕੇ ਸੂਖਸ਼ਮ ਉਹ ਬ੍ਰਹਮ ਹੈ। ਇਤਨਾ ਸੂਖਸ਼ਮ ਜੋ ਇਹਨਾਂ ਇੰਦਰੀਆਂ ਦੇ ਵਸ ਵਿੱਚ ਨਹੀਂ, ਉਹਨੂੰ ਗ੍ਰਹਿਣ ਕਰਨਾ, ਉਹਨੂੰ ਅਨੁਭਵ ਕਰਨਾ, ਇਤਨਾ ਸੂਖਮ ਹੈ। ਹੁਣ ਜੋ ਦਿਸ ਰਿਹਾ ਉਹਦੇ ਨਾਲ ਤਾਂ ਮੋਹ ਪੈ ਗਿਆ, ਜੋ ਦਿਸਦਾ ਹੀ ਨਹੀਂ ਇਹਨਾਂ ਇੰਦਰੀਆਂ ਕਰਕੇ, ਗ੍ਰਹਿਣ ਹੀ ਨਹੀਂ ਹੋ ਸਕਦਾ, ਕਹਿੰਦੇ ਉਹਨੂੰ ਹੁਣ ਕਿਵੇਂ ਮਿਲੀਏ। ਆਖੋ ਸਤਿਨਾਮ ਸੇਵਾ। ਜੋ ਦਿਸ ਰਿਹਾ ਹੁੰਦਾ ਉਹਦੇ ਨਾਲ ਮੋਹ ਪਿਆ ਤੇ ਉਹਦੇ ਵੱਲ ਟੁਰ ਪਏ, ਚੱਲ ਪਏ। ਜੋ ਨਜ਼ਰ ਹੀ ਨਹੀਂ ਆ ਰਿਹਾ, ਜੋ ਦਿਸਦਾ ਹੀ ਨਹੀਂ, ਉਹਨੂੰ ਹੁਣ ਕਿਵੇਂ ਮਿਲੀਏ। ਜੋ ਅਬਨਾਸੀ ਹੈ, ਹੇ ਪ੍ਰਭੂ ਤੂੰ ਅਬਨਾਸੀ ਹੈ, ਤੈਨੂੰ ਕਿਵੇਂ ਮਿਲੀਏ ਵਾਹਿਗੁਰੂ। ਸਾਨੂੰ ਤਾਂ ਕੁਝ ਨਹੀਂ ਸੁਝਦਾ, ਸਾਨੂੰ ਤਾਂ ਕੁਝ ਸਮਝ ਨਹੀਂ ਪਈ ਆਉਂਦੀ। ਹੇ ਅਬਨਾਸੀ ਸਾਹਿਬ ਜੀ, ਤੁਹਾਨੂੰ ਮਿਲੀਏ ਕਿਵੇਂ। ਉਸ ਸ਼ਕਤੀ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਜਿਹੜੀ ਸ਼ਕਤੀ ਸਾਰੇ ਸੰਸਾਰ ਨੂੰ ਪੈਦਾ ਕਰਦੀ, ਪਾਲਦੀ ਤੇ ਸੰਘਾਰਦੀ ਹੈ, ਬ੍ਰਹਮ ਦੀ ਸ਼ਕਤੀ। ਉਹਨੂੰ ਸੰਬੋਧਨ ਕਰਕੇ ਕਹਿੰਦੇ, ਹੇ ਪ੍ਰਭੂ ਕਿਉਂ ਮਿਲੀ ਹੈ ਪ੍ਰਭ ਅਬਨਾਸੀ ਤੋਹੇ। ਹੇ ਅਬਨਾਸੀ ਰੱਬ ਜੀ, ਤੁਹਾਨੂੰ ਕਿਵੇਂ ਮਿਲੀਏ ਅਸੀਂ ਆ ਕੇ। ਹਾਂਜੀ। ਕਰ ਕਿਰਪਾ ਮੋਹਿ ਮਾਰਗ ਪਾਵੋ। ਮਹਾਰਾਜ ਜੀ ਮੈਨੂੰ ਨਹੀਂ ਕੋਈ ਰਸਤਾ ਸੁਝਦਾ, ਕਿਰਪਾ ਕਰੋ ਮੈਨੂੰ ਮਾਰਗ ਪਾ ਦਿਓ ਮਹਾਰਾਜ। ਕਰ ਕਿਰਪਾ ਮੋਹਿ ਮਾਰਗ ਪਾਵੋ। ਸਾਨੂੰ ਪਤਾ ਹੀ ਨਹੀਂ ਮਹਾਰਾਜ ਅਸੀਂ ਕਿੱਧਰ ਜਾਈਏ, ਕੀ ਕਰੀਏ। ਤੁਸੀਂ ਤਰਸ ਕਰੋ ਮਹਾਰਾਜ, ਸਾਡਾ ਮਾਰਗ ਦਰਸ਼ਨ ਕਰੋ, ਸਾਨੂੰ ਮਾਰਗ ਪਾਵੋ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਮਹਾਰਾਜ ਜੀ ਕਿਰਪਾ ਕਰੋ, ਦਇਆ ਕਰੋ, ਸਾਨੂੰ ਭੁੱਲਿਆਂ ਭਟਕਿਆਂ ਨੂੰ ਮਾਰਗ ਪਾਵੋ। ਸਾਧੂ ਸੰਗਤ ਕੈ ਅੰਚਲ ਲਾਵੋ। ਮਹਾਰਾਜ ਜੀ ਮੈਨੂੰ ਆਪਣੇ ਸਾਧੂਆਂ ਦੀ ਸੰਗਤ ਦਾ ਰੰਗ ਬਖਸ਼ੋ ਤੇ ਉਹਨਾਂ ਦੇ ਪੱਲੇ ਲਾ ਦਿਓ, ਕਿਉਂਕਿ ਸਾਧ ਸੰਗਤ ਵੀ ਬਿਨਾਂ ਭਾਗਾਂ ਤੋਂ, ਬਿਨਾਂ ਕਿਰਪਾ ਤੋਂ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਕਿਰਪਾ ਕਰੋ, ਮੈਨੂੰ ਸਾਧ ਸੰਗਤ ਦੇ ਅੰਚਲ ਲਾ ਦਿਓ। ਅੰਚਲ ਕਹਿੰਦੇ ਨੇ ਪੱਲੇ ਨੂੰ, ਆਸਰੇ ਨੂੰ, ਉਹਨਾਂ ਦਾ ਆਸਰਾ ਮੈਨੂੰ ਬਖਸ਼ ਦਿਓ। ਕਿਉਂਕਿ ਹਰੀ ਦੇ ਸੰਤ ਜਦੋਂ ਅੱਗੇ ਲੱਗ ਕੇ ਮਾਰਗ ਦੱਸਣਗੇ ਤੇ ਪਿੱਛੇ ਪਿੱਛੇ ਟੁਰਦੇ ਚਲੇ ਜਾਵਾਂਗੇ, ਉਦਾਂ ਸਾਨੂੰ ਨਹੀਂ ਪਤਾ ਅਸੀਂ ਕਿਸ ਰਸਤੇ ਤੇ ਚੱਲੀਏ। हर के संत बतावो मार्ग, हम पीछे लाग चली। हरि दे प्यारे जन वो रस्ता दसणगे, मार्गदर्शन करनगे। इस करके महाराज सानू साधुआं दी संगत दा आसरा बख्शो। क्यों तरिए विख्या संसार। हे प्रभु ये संसार विषयां दा सागर है, विषयां दा अथाह समुंदर है महाराज। ये जहर नाल भरिया होया, लबा लब भरिया होया। इस विषयां दे भरे सागर तो असी किवें तरीए महाराज, क्यों तरीए, किवें तरीए। सतगुर बोहित पावे पार। पर जे सतगुरु जी कृपा कर देन, बोहित जहाज बन जान। बोहित कहंदे ने जहाज नूं, जहाज दे देण नाम दा ते उस जहाज ते सवार हो के इस भव सागर तो, विषयां दे इस सागर तो पार उतरिया जा सकदा। सतगुर बोहित पावै पार।
ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ ਤਾਂ ਜਹਾਜ਼ ਤੇ ਸਵਾਰ ਕਰ ਲੈਣ, ਨਾਮ ਦੇ ਜਹਾਜ਼ ਤੇ ਸਾਨੂੰ ਡੁੱਬਦਿਆਂ ਹੋਇਆਂ ਨੂੰ, ਗਰਕ ਹੁੰਦਿਆਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ, ਦਇਆ ਕਰਕੇ ਜਹਾਜ਼ ਤੇ ਸਵਾਰ ਕਰ ਲੈਣ ਤਾਂ ਇਸ ਸੰਸਾਰ ਤੋਂ ਪਾਰ ਉਤਰਿਆ ਜਾਂਦਾ ਹੈ। ਰਹਾਉ ਪਵਨ ਚੁਲਾਰੇ ਮਾਇਆ ਦੇ। ਏ ਵਾਹਿਗੁਰੂ, ਇਹ ਮਾਇਆ ਪਵਨ ਬਣ ਕੇ, ਹਵਾ ਬਣ ਕੇ ਝੁਲਾਰੇ ਦਿੰਦੀ ਹੈ। ਮਾਇਆ ਦੇ ਬੜੇ ਝੋਕੇ ਆਉਂਦੇ ਆ ਮਹਾਰਾਜ, ਇਹਦੀਆਂ ਬੜੀਆਂ ਤੇਜ਼ ਹਨੇਰੀਆਂ ਆਉਂਦੀਆਂ, ਰੋੜ ਕੇ ਲੈ ਜਾਂਦੀ ਹੈ ਮਾਇਆ ਦੀ ਹਵਾ। ਏ ਵਾਹਿਗੁਰੂ, ਇਹ ਮਾਇਆ ਪਵਨ ਦੇ ਝੁਲਾਰੇ ਦਿੰਦੀ, ਜਿਵੇਂ ਹਵਾ ਨਹੀਂ ਝੁਲਾਰੇ ਦਿੰਦੀ, ਹਲੂਣੇ ਦਿੰਦੀ ਹੈ, ਏਦਾਂ ਇਹ ਮਾਇਆ ਮਹਾਰਾਜ ਜੀ ਟਿਕਣ ਨਹੀਂ ਦਿੰਦੀ ਮਨ ਨੂੰ। ਇਹ ਭਟਕਾਉਂਦੀ ਹੈ, ਭਰਮਾਉਂਦੀ ਹੈ ਕਈ ਰੂਪ ਬਣਾ ਕੇ। ਹਰ ਕੇ ਭਗਤ ਸਦਾ ਥਿਰ ਸੇ। ਹਵਾ ਚੱਲੇ ਤੇ ਪੱਤੇ ਹਿਲਦੇ ਆ ਨਾ, ਪਵਨ ਦਾ ਝੁਲਾਰਾ ਆਵੇ ਤੇ ਪੱਤੇ ਹਿਲਦੇ ਆ, ਖਾਸ ਕਰਕੇ ਪਿੱਪਲ ਦੇ ਪੱਤੇ ਉਹ ਹਿਲਦੇ ਆ। ਪਰ ਕੋਈ ਪਹਾੜ ਪਿਆ ਹੋਵੇ ਉਹ ਹਵਾ ਦੇ ਝੁਲਾਰਿਆਂ ਨਾਲ ਨਹੀਂ ਹਿਲਦਾ, ਉਹ ਨਹੀਂ ਹਿਲਦਾ। ਇਸੇ ਤਰ੍ਹਾਂ ਮਹਾਰਾਜ ਜੀ ਜਿਹੜੇ ਤੁਹਾਡੇ ਪਿਆਰੇ ਨੇ, ਭਗਤ ਨੇ, ਉਹ ਪਹਾੜ ਵਾਂਗੂ ਸਥਿਰ ਨੇ। ਉਹਨਾਂ ਨੂੰ ਭਾਵੇਂ ਮਾਇਆ ਦੀਆਂ ਅਨੇਕਾਂ ਹਨੇਰੀਆਂ ਚੱਲ ਕੇ, ਝੱਖੜ ਚੱਲ ਕੇ ਆਉਣ, ਆਪਣੇ ਨਿਸ਼ਚੇ ਤੋਂ ਡਾਵਾ ਡੋਲ ਨਹੀਂ ਕਰ ਸਕਦੇ। ਭਗਤ ਹਿਰਦੇ 'ਚ ਸਥਿਰ ਰਹਿੰਦੇ ਆ, ਉਹਨਾਂ ਨੂੰ ਕੋਈ ਨਹੀਂ ਡੁਲਾ ਸਕਦਾ, ਉਹ ਡੋਲਦੇ ਹੀ ਨਹੀਂ। ਸਤਿਗੁਰੂ ਜੀ ਦੇ ਆਸਰੇ ਵਿੱਚ ਪਏ ਹੋਏ ਡੋਲਦੇ ਹੀ ਨਹੀਂ। ਡਲਾਉਣ ਦਾ ਕੋਈ ਥੋੜਾ ਯਤਨ ਕੀਤਾ 7 ਸਾਲ ਤੇ 9 ਸਾਲ ਦੇ ਬਾਲਕਾਂ ਨੂੰ, ਕੋਈ ਥੋੜਾ ਯਤਨ ਨਹੀਂ ਸੀ। 7 ਸਾਲ ਤੇ 9 ਸਾਲ ਦੇ ਉਹਨਾਂ ਬਾਲਕਾਂ ਦੇ ਉੱਤੇ ਕੋਈ ਥੋੜੇ ਤਸ਼ੱਦਦ ਕੀਤੇ ਗਏ, ਥੋੜੇ ਲਾਲਚ ਲੋਭ ਦਿੱਤੇ ਗਏ। ਚਰਨਾਂ ਦੀਆਂ ਉਂਗਲਾਂ ਦੇ ਵਿੱਚ ਬਰੂਦ ਰੱਖ ਕੇ ਨਿੱਕਾ ਨਿੱਕਾ ਤੇ ਅਗਨੀ ਲਾਈ ਗਈ। ਸੁਲਾਖਾਂ ਨਾਲ ਤਨ ਦੀ ਚਮੜੀ ਜਲਾਈ ਗਈ। ਛੜੀਆਂ ਦੇ ਨਾਲ ਸਰੀਰ ਤੇ ਲਾਸ਼ਾਂ ਪਾ ਦਿੱਤੀਆਂ। 7 ਸਾਲ ਤੇ 9 ਸਾਲ ਦੇ ਬਾਲਕ, ਪਰ ਉਹ ਹਰੀ ਦੇ ਭਗਤ ਸਨ, ਸਦਾ ਲਈ ਥਿਰ ਨੇ। ਉਹਨਾਂ ਨੂੰ ਡਲਾਉਣ ਵਾਲੇ ਆਪ ਉੱਡ ਗਏ। ਅੱਜ ਉਹ ਭਾਲਿਆਂ ਨਹੀਂ ਥਿਆਂਦੇ, ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਦੁਨੀਆ 'ਚ। ਜਿਨ੍ਹਾਂ ਨੂੰ ਡਲਾਉਣ ਵਾਸਤੇ ਉਹ ਯਤਨ ਕਰਦੇ ਰਹੇ, ਉਹਨਾਂ ਦੇ ਝੰਡੇ ਜੁਗੋ ਜੁਗ ਝੂਲਣਗੇ ਤੇ ਝੂਲ ਰਹੇ ਨੇ। ਉਹ ਤਾਂ ਸदैवी ਸੰਸਾਰ 'ਚ ਸਥਿਰ ਹੋ ਗਏ। ਸदैवी ਜਿਹੜੇ ਕਹਿੰਦੇ ਸੀ ਅਲਖ ਹੀ ਮੁਕਾ ਦੇਣੀ, ਇਹਨਾਂ ਨੂੰ ਮੁਕਾ ਹੀ ਦੇਣਾ, ਖਤਮ ਹੀ ਕਰ ਦੇਣਾ, ਉਹ ਸੰਸਾਰ ਦੇ ਵਿੱਚ ਸदैवी ਸਥਿਰ ਹੋ ਗਏ। ਇਹ ਸੰਸਾਰ ਬਿਨਸਣ ਤੋਂ ਬਾਅਦ ਵੀ ਉਹ ਸਥਿਰ ਰਹਿਣਗੇ। ਧੰਨ ਧੰਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ। ਜੋ ਰੱਬ ਦੇ ਪਿਆਰੇ ਨੇ, ਭਗਤ ਨੇ, ਉਹ ਸਦਾ ਹੀ ਥਿਰ ਹਨ। ਹਰਖ ਸੋਗ ਤੇ ਰਹਿ ਨਿਰਾਰਾ। ਜਿਹੜਾ ਰੱਬ ਦਾ ਪਿਆਰਾ ਹੈ, ਭਗਤ ਹੈ, ਉਹ ਹਰਖ ਤੇ ਸੋਗ ਦੋਨਾਂ ਤੋਂ ਨਿਆਰੇ ਰਹਿੰਦੇ ਆ। ਨਿਆਰੇ ਕੁਝ ਮਿਲੇ ਤਾਂ ਸਾਡਾ ਹਿਰਦਾ ਖੁਸ਼ੀ ਨਾਲ ਭਰ ਜਾਂਦਾ, ਕੁਝ ਜਾਵੇ ਤਾਂ ਹਿਰਦਾ ਗਮਗੀਨ ਹੁੰਦਾ। ਇਹ ਸਾਡੀ ਸਾਰਿਆਂ ਦੀ ਮਾਨਸਿਕਤਾ ਹੈ। ਮਿਲੇ ਤਾਂ ਖੁਸ਼ੀ, ਜਾਵੇ ਤਾਂ ਦੁੱਖ। ਰੱਬ ਦੇ ਪਿਆਰੇ ਮਹਾਂਪੁਰਸ਼ਾਂ ਭਗਤਾਂ ਦਾ ਹਿਰਦਾ ਇਤਨਾ ਅਡੋਲ ਹੈ ਕਿ ਹਰਖ ਤੇ ਸੋਗ ਦੋਨਾਂ ਵਿੱਚ ਇੱਕੋ ਜਿਹਾ ਰਹਿੰਦਾ। ਉਹ ਹਰਖ ਤੇ ਸੋਗ ਦੋਨਾਂ ਤੋਂ ਨਿਆਰੇ ਹੋ ਕੇ ਰਹਿੰਦੇ। ਹਰਖ ਸੋਗ ਤੇ ਰਹਿ ਨਿਰਾਰਾ,
ਹਰਖ ਤੇ ਸੋਗ ਦੋਨਾਂ ਤੋਂ ਨਿਆਰੇ ਰਹਿੰਦੇ ਹਨ। ਸਿਰ ਉਪਰ ਆਪ ਗੁਰੂ ਰਖਵਾਰਾ। ਮੇਰਾ ਗੁਰੂ ਮੇਰੇ ਸਿਰ ਉੱਤੇ ਆਪ ਮੇਰਾ ਰਖਵਾਲਾ ਹੈ, ਮੇਰੀ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਬਿਨਾਂ ਸਾਡਾ ਕੋਈ ਰਾਖਾ ਨਹੀਂ। ਸਤਿਗੁਰੂ ਜੀ ਸਾਡੀ ਰੱਖਿਆ ਕਰਨ ਵਾਲੇ, ਸਾਡੇ ਸਾਰਿਆਂ ਦੇ ਰਾਖੇ ਨੇ। ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੈ। ਸਾਡੇ ਸਾਰਿਆਂ ਦੇ ਰਾਖੇ ਸਤਿਗੁਰੂ ਜੀ ਨੇ। ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ। ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ। ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ। ਸੁਆਮੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਾਡਾ ਸਾਰਿਆਂ ਦਾ ਰਾਖਾ ਹੈ। ਸਿਰ ਉਪਰ ਆਪ ਗੁਰੂ ਰਖਵਾਰਾ। ਸਾਡੇ ਸਿਰ ਉੱਤੇ ਸਾਡੇ ਗੁਰੂ ਪਾਤਸ਼ਾਹ ਸਾਡੇ ਰਖਵਾਲੇ ਹਨ, ਸਾਡੀ ਰੱਖਿਆ ਕਰਨ ਵਾਲੇ ਨੇ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਹਾਂਜੀ। ਪਾਇਆ ਵੇੜ ਮਾਇਆ ਸਰਬ ਭੁਯੰਗਾ। ਪਾਇਆ ਵੇੜ, ਇਹਨੂੰ ਥੋੜਾ ਜਿਹਾ ਖਿੱਚ ਕੇ ਬੋਲਦੇ ਆ ਮਹਾਂਪੁਰਸ਼। ਵੇੜ ਕਹਿੰਦੇ ਵੇੜਿਆ ਹੋਇਆ, ਘਿਰਿਆ ਹੋਇਆ। ਘਰ ਵਿੱਚ ਹੁੰਦਾ ਨਾ, ਆਪਾਂ ਕਹਿੰਦੇ ਆ ਵਿਹੜਾ, ਖਾਲੀ ਥਾਂ ਛੱਡੀ ਹੋਵੇ। ਵਿਹੜਾ ਕਿਹਨੂੰ ਕਹਿੰਦੇ ਆ? ਜਿਹੜੀ ਵੜ ਲਓ ਚਾਰੇ ਪਾਸੋਂ ਜਗ੍ਹਾ, ਉਹ ਵਿਹੜਾ ਹੋ ਗਿਆ। ਜਿਹੜੀ ਵੜ ਲਈ ਜਾਂਦੀ ਹੈ ਨਾ ਜਗ੍ਹਾ, ਉਹ ਵਲੀ ਹੋਈ ਜਗ੍ਹਾ ਨੂੰ ਵਿਹੜਾ ਕਹਿ ਦਿੰਦੇ। ਕੋਈ ਘਰ 'ਚ ਕਹਿ ਦਿੰਦਾ ਜੀ ਮੈਂ ਪਾਰਕ ਛੱਡਿਆ ਹੋਇਆ ਜੀ ਅੱਗੇ, ਪਰ ਪੁਰਾਣਾ ਸ਼ਬਦ ਹੈ ਵਿਹੜਾ। ਜਿਹੜੀ ਜਗ੍ਹਾ ਵਲੀ ਹੋਵੇ ਉਹ ਵਿਹੜਾ ਹੋਵੇ, ਯਾਨੀ ਕਿ ਜਿਹੜੀ ਘੇਰ ਲਵੇ। ਇੱਥੇ ਮਹਾਰਾਜ ਜੀ ਪਾਤਸ਼ਾਹ ਕਹਿੰਦੇ ਪਾਇਆ ਵੇੜ ਮਾਇਆ ਸਰਬ ਭੁਯੰਗਾ। ਮਾਇਆ ਜਿਹੜੀ ਹੈ ਨਾ, ਇਹ ਸੱਪ ਹੈ, ਭੁਯੰਗਾ ਸਰਪਣੀ ਹੈ। ਤੇ ਮਾਇਆ ਰੂਪੀ ਸਰਪਣੀ ਨੇ ਵੇੜ, ਜਿਵੇਂ ਉਹ ਵਲ ਨਹੀਂ ਪਾਉਂਦਾ ਸੱਪ, ਕਹਿੰਦੇ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਵਲ ਪਾਇਆ ਹੋਇਆ, ਵੇੜਿਆ ਹੋਇਆ, ਘੇਰਿਆ ਹੋਇਆ, ਆਪਣੇ ਕਾਬੂ 'ਚ ਕੀਤਾ ਹੋਇਆ। इतनी बलिया सर्पनी ते ऊपर नहीं बलिया, जिन ब्रह्मा मिश्र महादेव छलिया। बड़ी बली है। इन्हें घेरिया होया संसार दे समस्त जीवन। पाया वेड़ माया सर्ब भुयंगा। सतगुरु जी कृपा करन, गारड़ू मंत्र देन, ਤਾਂ ਜਾ ਕੇ ਇਸ ਮਾਇਆ ਰੂਪੀ ਸਰਪਣੀ ਤੋਂ ਖਹਿੜਾ ਛੁੱਟਦਾ। ਕਹਿੰਦੇ ਗਾਰੜੂ ਮੰਤਰ ਹੁੰਦਾ। ਗਾਰੜੂ ਮੰਤਰ ਹੁੰਦਾ ਜਿਹੜਾ ਸੱਪ ਦੇ ਜ਼ਹਿਰ ਨੂੰ ਲਾਉਂਦਾ, ਸੱਪਾਂ ਨੂੰ ਕਾਬੂ ਕਰਦਾ। ਸਾਡੇ ਵਾਸਤੇ ਸਾਡਾ ਗਾਰੜੂ ਮੰਤਰ ਤਾਂ ਸਤਿਗੁਰਾਂ ਦੇ ਮੁਖ ਦੁਆਰਾ, ਗੁਰੂ ਦੁਆਰਾ ਜੋ ਸਾਨੂੰ ਮੰਤਰ ਪ੍ਰਾਪਤ ਹੋਇਆ, ਉਹ ਇਸ ਮਾਇਆ ਰੂਪੀ ਬਿਖ ਨੂੰ, ਜ਼ਹਿਰ ਨੂੰ ਲਾਉਣ ਵਾਸਤੇ ਸક્ષਮ ਹੈ। तो गरीबन बाग साहब सच्चे पातशाह फरमाउंदे ने कि इस माया रूपी सरपणी ने संसार दे समस्त जीवां नूं वेड़िया होया, घेरिया होया। होमै पचे दीपक देख पतंगा। कहंदे जीव इदां हौमै च लग के सड़ के खत्म हो रहे ने, इदां पचे होए ने जिवें किसे दीवे दी लाट नूं वेख के पतंगा ते भमक्कड़ नहीं सड़ मुंदा। ਦੀਵੇ ਦੀ ਲਾਟ ਵੇਖਦਾ, ਉਹਦੇ ਤੇ ਜਾ ਕੇ ਭੱਜ ਕੇ ਜਾਂਦਾ ਤੇ ਸੜ ਕੇ ਮੋ ਜਾਂਦਾ, ਮਰ ਜਾਂਦਾ। ਕਹਿੰਦੇ ਇਦਾਂ ਹਉਮੈ ਵਿੱਚ ਜੀਵ ਪਚੇ ਹੋਏ,
ਸੜ ਕੇ ਭੁੱਜ ਕੇ ਆਪਣੀ ਜ਼ਿੰਦਗੀ ਗਰਕ ਕਰ ਰਹੇ ਨੇ। ਮਿਲਦਾ ਕੀ ਹੈ? ਕੁਝ ਵੀ ਨਹੀਂ। ਪਤੰਗੇ ਨੂੰ ਕੀ ਮਿਲਦਾ ਹੈ? ਕੀ ਹਾਸਲ ਹੁੰਦਾ ਹੈ? ਉਸ ਦੀਵੇ ਦੀ ਲਾਟ ਦੇ ਉੱਤੇ ਕੇਵਲ ਸਾੜੇ ਤੋਂ ਬਿਨਾਂ ਹੋਰ ਕੀ ਮਿਲਦਾ? ਹਉਮੈ ਵਿੱਚ ਵੀ ਕੇਵਲ ਸਾੜਾ ਹੈ। ਜਦੋਂ ਹਉਮੈ ਹੁੰਦੀ ਹੈ ਨਾ, ਉਹ ਹਉਮੈ ਸਾੜਦੀ ਹੈ, ਜਲਾਉਂਦੀ ਹੈ। ਹਉਮੈ ਦੇ ਸਾੜੇ ਕਰਕੇ ਜੀਵ ਸੜਦੇ ਹਨ। ਸਗਲ ਸ਼ਿੰਗਾਰ ਕਰੇ ਨਹੀਂ ਪਾਵੇ। ਜੇ ਹਉਮੈ ਹੈ ਹਿਰਦੇ ਵਿੱਚ ਤੇ ਜਿੰਨੇ ਮਰਜ਼ੀ ਸ਼ਿੰਗਾਰ ਕਰੀ ਚਲੋ ਕਰਮਾਂ ਦੇ। ਜਿਹੜਾ ਕੰਮ ਅਸੀਂ ਹਉ ਹਉ ਕਰਕੇ ਕਰੀਏ, ਕੋਈ ਵੀ ਹੋਵੇ, ਕੋਈ ਸ਼ਬਦ ਮੈਂ ਵਰਤ ਰਿਹਾ, ਕੋਈ ਦਾ ਮਤਲਬ ਕੋਈ ਵੀ, ਜਿਸ ਕੰਮ ਨੂੰ ਕਰਦਿਆਂ ਹਉਮੈ ਹੈ ਹਿਰਦੇ ਵਿੱਚ, ਉਸ ਦੇ ਕੀਤੇ ਦਾ ਕੋਈ ਲਾਭ ਨਹੀਂ ਹੈ। ਮਹਾਰਾਜ ਜੀ ਇੱਥੇ ਕਹਿ ਰਹੇ ਨੇ, ਸਗਲ ਸ਼ਿੰਗਾਰ ਕਰੇ ਨਹੀਂ ਪਾਵੈ। ਏਦਾਂ ਦੇ ਜਿੰਨੇ ਵੀ ਸ਼ਿੰਗਾਰ ਕਰ ਵੀ ਲਵੇ ਨਾ, ਹਉਮੈ ਕਰਕੇ ਕੀਤੇ ਕਰਮਾਂ ਦੇ ਸ਼ਿੰਗਾਰ, ਏਦਾਂ ਦੇ ਸ਼ਿੰਗਾਰ ਕੀਤਿਆਂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਮੈਂ ਹਉਮੈ ਵਿੱਚ ਨਿਤਨੇਮ ਕਰਾਂ, ਹਉਮੈ ਵਿੱਚ ਬਾਣੀ ਪੜਾਂ, ਹਉਮੈ ਵਿੱਚ ਕਥਾ ਕੀਰਤਨ ਕਰਾਂ ਸੁਣਾ, ਤੇ ਆਖਾਂ ਇਹਦੇ ਤੋਂ ਬਾਅਦ ਹੁਣ ਮੈਨੂੰ ਰੱਬ ਮਿਲੂ, ਤਾਂ ਇਹ ਭੁਲੇਖਾ। ਇਹ ਸ਼ਿੰਗਾਰ ਮੈਂ ਬਣਾ ਲਿਆ ਜੀ, ਹੁਣ ਰੱਬ ਮਿਲੇਗਾ। ਜਿਹੜਾ ਕੰਮ ਹਉਮੈ ਸਹਿਤ ਕੀਤਾ ਜਾਏਗਾ, ਉਸ ਨੂੰ ਕਰਨ ਤੋਂ ਬਾਅਦ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ। ਇਹ ਤਾਂ ਸਪਸ਼ਟ ਹੈ। ਮਹਾਰਾਜ ਜੀ ਕਹਿੰਦੇ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇ, ਇਹ ਸਾਰੇ ਕਰਮ ਸ਼ਿੰਗਾਰ ਹੀ ਨੇ ਨਾ। ਇਹ ਸ਼ਿੰਗਾਰ ਕੀਤਾ ਜਾਂਦਾ ਪ੍ਰਭੂ ਪਤੀ ਦੀ ਪ੍ਰਾਪਤੀ ਲਈ, ਪਰ ਜੇ ਉਹ ਪ੍ਰਾਪਤ ਹੀ ਨਹੀਂ ਹੁੰਦਾ, ਹਉਮੈ ਕਰਕੇ ਕੀਤੇ ਸ਼ਿੰਗਾਰ ਨੇ, ਤਾਂ ਫਿਰ ਉਸ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੈ। ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ। ਹਾਂ, ਜੇ ਗੁਰੂ ਕਿਰਪਾਲ ਹੋ ਜਾਏ, ਜੇ ਗੁਰੂ ਕਿਰਪਾ ਦੇ ਘਰ ਵਿੱਚ ਆ ਜਾਏ, ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਜਾਣ, ਰਹਿਮਤ ਦੇ ਘਰ ਵਿੱਚ ਆ ਜਾਣ, ਤਾਂ ਗੁਰੂ ਪਾਤਸ਼ਾਹ ਉਸ ਪ੍ਰਭੂ ਦੇ ਸਰੂਪ ਨਾਲ ਮਿਲਾਉਂਦਿਆਂ ਦੇਰੀ ਨਹੀਂ ਲਾਉਂਦੇ। ਆਪਣੇ ਹਉਮੈ ਸਹਿਤ ਕੀਤੇ ਸ਼ਿੰਗਾਰਾਂ ਕਰਕੇ ਨਹੀਂ ਮਿਲਦਾ। ਜਦੋਂ ਵੀ ਕਿਸੇ ਨੂੰ ਮਿਲਿਆ ਜਾਂ ਮਿਲ ਰਿਹਾ ਜਾਂ ਮਿਲੇਗਾ, ਉਹ ਗੁਰੂ ਦੀ ਕਿਰਪਾ ਨਾਲ, ਸਤਿਗੁਰਾਂ ਦੀ ਕਿਰਪਾ ਨਾਲ। ਗੁਰੂ ਪਾਤਸ਼ਾਹ ਦੀ ਦਇਆ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੋ ਸਕਦਾ। ਸਾਨੂੰ ਜੋ ਮਿਲਿਆ ਹੁਣ ਤੱਕ, ਅੱਗੇ ਜੋ ਮਿਲੇਗਾ, ਸਭ ਗੁਰੂ ਕਿਰਪਾ ਹੈ। ਜੇ ਕਹੀਏ ਅਸੀਂ ਸਾਡੀ ਕੋਈ ਘਾਲਣਾ ਹੈ, ਸਾਡੀ ਕੋਈ ਮੁਸ਼ੱਕਤ ਹੈ, ਨਹੀਂ। ਸਾਨੂੰ ਸਤਿਗੁਰਾਂ ਨੇ ਜੋ ਕੁਝ ਵੀ ਬਖਸ਼ਿਆ, ਘਰ ਬਖਸ਼ਿਆ, ਜਾਇਦਾਦਾਂ ਬਖਸ਼ੀਆਂ ਨੇ, ਘਰ ਵਿੱਚ ਅੰਨ ਧਨ ਬਖਸ਼ਿਆ, ਪੁੱਤ ਧੀਆਂ ਬਖਸ਼ੇ ਨੇ, ਜੋ ਕੁਝ ਵੀ ਸਾਨੂੰ ਆ ਸਰੀਰ ਤੋਂ ਪਰੰਤ, ਇਹ ਸਭ ਗੁਰੂ ਪਾਤਸ਼ਾਹ ਦੀ ਕਿਰਪਾ ਹੈ। ਮਤ ਕਿਸੇ ਦੇ ਮਨ 'ਚ ਭਰਮ ਹੋਵੇ ਮੇਰੀ ਮਿਹਨਤ ਦਾ ਫਲ ਹੈ, ਮੇਰੀ ਮੁਸ਼ੱਕਤ ਦਾ ਫਲ ਹੈ, ਨਹੀਂ। ਇੱਥੇ ਕਈ ਵਾਰੀ ਮੁਸ਼ੱਕਤਾਂ ਘਾਲਦੇ ਰਹਿ ਜਾਂਦੇ ਆ, ਦਿਨ ਰਾਤ ਮਜ਼ਦੂਰੀਆਂ ਕਰਦੇ ਰਹਿ ਜਾਂਦੇ ਆ, ਲੱਕੜਾਂ ਕੱਟਦੇ ਰਹਿ ਜਾਂਦੇ ਆ, ਹਾਸਲ ਕੀ ਹੁੰਦਾ? ਤੇ ਇੱਕ ਨਾ ਤੇ ਸਤਿਗੁਰੂ ਜੀ ਤਰਸ ਕਰ ਦਿੰਦੇ। ਹਾਂ, ਐਸਾ ਨਹੀਂ ਕਿ ਕਾਲਣਾ ਨਹੀਂ ਕਾਲਣੀ, ਉਹ ਵੀ ਕਾਲਣੀ ਹੈ, ਪਰ ਉਹਦੇ ਤੇ ਗਰੂਰ ਨਹੀਂ ਕਿ ਮੇਰੀ ਕਾਲਣਾ ਦਾ ਫਲ ਹੈ। ਜੋ ਹੈ ਉਹ ਗੁਰੂ ਕਿਰਪਾ। ਤੋ ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਅਸੀਂ ਹਰੀ ਦੇ ਸਰੂਪ ਨੂੰ ਪ੍ਰਾਪਤ ਕੀਤਾ। ਗੁਰੂ ਦੀ ਦਇਆ ਤੋਂ ਬਿਨਾਂ ਪਰਮੇਸ਼ਰ ਦਾ ਸਰੂਪ ਨਹੀਂ ਮਿਲਦਾ। ਹੂੰ ਫਿਰੋਂ ਉਦਾਸੀ ਮੈਂ ਇੱਕ ਰਤਨ ਦਸਾਇਆ। ਮੈਂ ਤਾਂ ਉਦਾਸ ਹੋ ਗਈ ਸਾਂ, ਬੜੀ ਉਦਾਸ ਹੋ ਕੇ ਫਿਰਦੀ ਸੀ ਜੋਨੀਆਂ ਦੇ ਚੱਕਰਾਂ 'ਚ, 84 ਦੇ ਭਰਮਣ ਵਿੱਚ। ਪਰ ਹੁਣ ਮੇਰੇ ਸਤਿਗੁਰਾਂ ਨੇ ਤਰਸ ਕੀਤਾ ਹੈ, ਉਦਾਸ ਫਿਰਦੀ ਨੂੰ ਇੱਕਦਮ ਰਤਨ ਵਿਖਾ ਦਿੱਤਾ ਹੈ। ਆਖੋ ਸਤਿਨਾਮ ਸ੍ਰੀ। ਕਹਿੰਦੇ ਉਦਾਸ ਫਿਰਦੀ ਸੀ ਵੀ ਮੇਰੇ ਕੋਲ ਤਾਂ ਕੁਝ ਵੀ ਨਹੀਂ, ਮੇਰੇ ਸਾਹਿਬ ਨੇ ਇੱਕਦਮ ਰਤਨ ਵਿਖਾ ਦਿੱਤਾ, ਰਤਨ ਦਾ ਨਾਮ ਰੂਪੀ ਰਤਨ ਦਾ ਪ੍ਰਕਾਸ਼ ਕਰ ਦਿੱਤਾ। ਆਖਿਆ ਸੱਜਣਾ, ਤੇਰੇ ਅੰਦਰ ਇਹ ਨਾਮ ਰੂਪੀ ਰਤਨ ਹੈ,
ਤੂੰ ਕਿਉਂ ਉਦਾਸ ਹੋਇਆ ਫਿਰਦਾ? ਰਤਨਾਂ ਦੀ ਥੈਲੀ ਤੇਰੇ ਅੰਦਰ ਹੈ, ਤੂੰ ਬਾਹਰ ਭਟਕਦਾ ਫਿਰਦਾ। ਕਹਿੰਦੇ ਸਤਿਗੁਰੂ ਜੀ ਨੇ, ਗੁਰੂ ਪਾਤਸ਼ਾਹ ਨੇ ਸਾਡੇ ਤੇ ਤਰਸ ਕਰਕੇ ਸਾਡੇ ਅੰਦਰੋਂ ਸਾਨੂੰ ਉਸ ਨਾਮ ਰੂਪੀ ਰਤਨ ਦੇ ਦਰਸ਼ਨ ਕਰਾ ਦਿੱਤੇ ਹਨ। ਨਿਰਮੋਲਕ ਹੀਰਾ ਮਿਲੇ ਨਾ ਉਪਾਇਆ। ਪਰਮੇਸ਼ਰ ਦਾ ਨਾਮ ਨਿਰਮੋਲਕ ਹੀਰਾ ਹੈ, ਨਿਰਮੋਲਕ ਜਿਸ ਦਾ ਕੋਈ ਮੁੱਲ ਨਹੀਂ। ਐਸਾ ਨਿਰਮੋਲਕ ਹੀਰਾ ਉਹ ਸਾਡੇ ਕੀਤੇ ਉਪਾਵਾਂ ਨਾਲ ਨਹੀਂ ਮਿਲਣਾ। ਜੇ ਆਖੀ ਅਸੀਂ ਕੋਈ ਮੁੱਲ ਤਾਰੀਏ, ਅਸੀਂ ਕੁਝ ਦੇਈਏ, ਉਹ ਜਦੋਂ ਵੀ ਮਿਲਣਾ ਨਿਰਮੋਲਕ ਹੀਰਾ ਗੁਰੂ ਕਿਰਪਾ ਨਾਲ ਮਿਲਣਾ, ਹਰੀ ਕਿਰਪਾ ਨਾਲ ਮਿਲਣਾ। ਨਿਰਮੋਲਕ ਹੀਰਾ ਮਿਲੈ ਨਾ ਉਪਾਇਆ। ਇਸ ਕਰਕੇ ਬੇਨਤੀਆਂ ਕਰਕੇ ਮਿਲਣਾ, ਉਹ ਅਰਦਾਸਾਂ ਕਰਕੇ, ਜੋਦੜੀਆਂ ਕਰਕੇ। ਸਾਡੇ ਕੋਲ ਕੋਈ ਉਪਾਅ ਨਹੀਂ ਮਹਾਰਾਜ, ਸਾਡੇ ਕੋਲ ਕੋਈ ਤਰਕੀਬ ਨਹੀਂ। ਤਰਕੀਬਾਂ ਬੜੇ ਬੜੇ ਬਣਾਉਣ ਵਾਲੇ ਹੁੰਦੇ, ਸਕੀਮਾਂ ਬਣਾਉਣ ਵਾਲੇ ਹੁੰਦੇ। ਮਹਾਰਾਜ ਸਾਨੂੰ ਨਹੀਂ ਕੋਈ ਪਤਾ, ਨਾ ਕੋਈ ਸਕੀਮ ਬਣਾਉਣੀ ਆਉਂਦੀ ਹੈ, ਨਾ ਸਾਨੂੰ ਕੋਈ ਤਰਕੀਬ ਦਾ ਪਤਾ, ਨਾ ਕੋਈ ਉਪਾਅ। ਸਾਡੀ ਤਾਂ ਤੁਹਾਡੇ ਚਰਨਾਂ 'ਚ ਅਰਦਾਸ ਹੈ ਕਿ ਆਪਣਾ ਇਹ ਨਾਮ ਰੂਪੀ ਹੀਰਾ ਸਾਨੂੰ ਬਖਸ਼ੋ। ਹਾਂਜੀ। ਹਰ ਕਾ ਮੰਦਰ ਤਿਸ ਮਹਿ ਲਾਲ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਦਰ ਹੈ ਇਹ ਸਰੀਰ। ਹਰ ਕਾ ਮੰਦਰ, ਇਹ ਹਰੀ ਮੰਦਰ ਹੈ ਸਰੀਰ। ਇਹਦੇ ਵਿੱਚ ਵਾਹਿਗੁਰੂ ਨੇ ਕੀਮਤੀ ਲਾਲ ਪਾਏ ਹੋਏ ਨੇ। ਹਰ ਕਾ ਮੰਦਰ ਤਿਸ ਮਹਿ ਲਾਲ। ਇਹਦੇ ਚ ਕੀਮਤੀ ਲਾਲ ਜਵਾਹਰਾਤ ਨੇ, ਕੀਮਤੀ ਸ਼ਬਦ ਪੰਨੇ ਹਨ। ਗੁਰ ਖੋਲਿਆ ਪਰਦਾ ਦੇਖ ਭਈ ਨਿਹਾਲ। ਮੇਰੇ ਗੁਰੂ ਨੇ ਪਰਦਾ ਖੋਲ ਦਿੱਤਾ ਹੈ, ਤਾਂ ਅੰਦਰ ਹੀ ਸੀ, ਪਰਦਾ ਪਿਆ ਹੋਇਆ ਸੀ, ਭਰਮ ਦਾ ਪਰਦਾ ਸੀ। ਮੇਰੇ ਗੁਰੂ ਨੇ ਸਾਡੇ ਤੇ ਤਰਸ ਕੀਤਾ ਤੇ ਉਹ ਪਰਦਾ ਖੋਲ ਦਿੱਤਾ, ਪਾਸੇ ਕਰ ਦਿੱਤਾ। ਜਦੋਂ ਪਰਦਾ ਖੋਲਿਆ, ਅੰਦਰ ਵਸਦੇ ਹੀਰੇ ਲਾਲ ਵੇਖੇ, ਵੇਖਦਿਆਂ ਨਿਹਾਲ ਹੋ ਗਈ। ਭਾਈ ਨਿਹਾਲ, ਨਿਹਾਲ ਹੋ ਗਈ ਵੇਖਦਿਆਂ। ਸਤ, ਸੰਤੋਖ, ਦਇਆ, ਖਿਮਾ, ਧੀਰਜ, ਉਪਰਾਮਤਾ, ਵੈਰਾਗ, ਇਹ ਜਿਤਨੇ ਕੀਮਤੀ ਰਤਨ ਲਾਲ ਅੰਦਰ ਭਰੇ ਪਏ ਸਨ, ਗੁਰੂ ਨੇ ਜਦੋਂ ਪਰਦਾ ਪਾਸੇ ਕੀਤਾ ਤੇ ਪਰਦਾ ਦੂਰ ਹੁੰਦਿਆਂ ਵੇਖਦਿਆਂ ਨਿਹਾਲ ਹੋ ਗਈ। ਨਿਹਾਲ ਕਹੀਏ, ਸੰਤੁਸ਼ਟ ਹੋ ਗਈ। ਬਾਬਾ ਮਹਾਦੇਵ ਜੀ ਅਖੀਰਲਾ ਸਮਾਂ ਆਇਆ, ਗੋਇੰਦਵਾਲ ਸਾਹਿਬ ਤੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਤੁਸੀਂ ਗੁਰੂ ਵੀ ਹੋ, ਮੇਰੇ ਭਰਾ ਵੀ ਹੋ। ਤੁਸੀਂ ਅਨੇਕਾਂ ਜੀਵਾਂ ਤੇ ਤਰਸ ਕੀਤਾ, ਅਨੇਕਾਂ ਨੂੰ ਆਤਮ ਗਿਆਨ ਦੀ ਸੋਝੀ ਬਖਸ਼ੀ ਹੈ। ਮਹਾਰਾਜ ਮੇਰੇ ਤੇ ਵੀ ਤਰਸ ਕਰ ਦਿਓ, ਗਰੀਬੜੇ ਤੇ। ਮੈਂ ਆਪਣੇ ਆਤਮ ਸਵਰੂਪ ਨੂੰ ਜਾਣ ਲਵਾਂ, ਸਰੀਰ ਤਿਆਗਣਾ ਹੈ। ਬਾਬਾ ਮਹਾਦੇਵ ਜੀ ਦੀ ਪੂਰਨ ਬੰਦਗੀ ਹੈ, ਭਜਨ ਹੈ। ਸਤਿਗੁਰੂ ਜੀ ਰਹਿਮਤ ਦੇ ਘਰ ਵਿੱਚ ਆਏ ਤੇ ਆਖਿਆ, ਬਾਬਾ ਮਹਾਦੇਵ ਜੀ ਨੇਤਰ ਬੰਦ ਕਰੋ। ਗੁਰੂ ਪਾਤਸ਼ਾਹ ਸક્ષਮ ਨੇ ਉੱਥੇ ਲਿਜਾਣ ਵਿੱਚ ਜਿੱਥੇ ਸਾਡੀ ਸੁਰਤ ਨਹੀਂ ਪਹੁੰਚ ਸਕਦੀ ਆਪਣੇ ਆਪ। ਆਖਿਆ, ਸਰੀਰ ਤੁਹਾਡਾ ਰੂਪ ਨਹੀਂ। ਜਦੋਂ ਨੇਤਰ ਬੰਦ ਕੀਤੇ, ਗੁਰੂ ਸਾਹਿਬ ਦੇ ਤਰਸ ਨਾਲ ਆਪਣੇ ਅੰਦਰ ਦੇ ਉਸ ਆਤਮ ਸਵਰੂਪ ਨੂੰ ਜਾਣਿਆ, ਪ੍ਰਕਾਸ਼ ਰੂਪ ਨੂੰ ਜਾਣਿਆ, ਤਾਂ ਵੇਖਦਿਆਂ ਸਾਰ ਸਮਾਧੀ ਸਥਿਤ ਹੋ ਗਏ। ਕੁਝ ਸਮੇਂ ਲਈ ਅਡੋਲ ਬੈਠੇ ਨੇ। ਪੰਚਮ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅੱਖਾਂ ਖੋਲੋ, ਕਿਉਂਕਿ ਹੁਣ ਜੋ ਅੰਦਰ ਵੇਖ ਰਹੇ ਹੋ ਬਾਹਰ ਵੀ ਉਹੀ ਹੈ।
ਭਾਈ ਵੀਰ ਸਿੰਘ ਜੀ ਦੇ ਬਚਨ ਨੇ, ਨੈਣ ਮੀਟਿਆਂ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ। ਅੱਖਾਂ ਬੰਦ ਕੀਤੇ ਅੰਦਰ ਦਿਸਦਾ ਤੇ ਖੁੱਲਿਆਂ ਬਾਹਰ ਵੀ ਨਜ਼ਰ ਆਉਂਦਾ। ਕਹਿੰਦੇ ਸਾਡੇ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ ਹੈ। ਉਹ ਪੜਦਾ ਜਦੋਂ ਪਾਸੇ ਕੀਤਾ ਨਾ ਭਰਮ ਦਾ, ਤੇ ਅੰਦਰ ਭਰੇ ਹੋਏ ਰਤਨਾ ਲਾਲਾਂ ਨੂੰ ਵੇਖ ਕੇ ਨਿਹਾਲ ਹੋ ਗਏ, ਸੰਤੁਸ਼ਟ ਹੋ ਗਏ। ਇਹ ਪੰਚਮ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਨੇ, ਜਿਨ ਚਾਖਿਆ ਤਿਸ ਆਇਆ ਸਾਧ। ਜਿਨ੍ਹਾਂ ਨੇ ਇਸ ਨਾਮ ਰਸ ਨੂੰ ਆਪਣੇ ਅੰਦਰ ਚਖਿਆ ਹੈ, ਉਹਨਾਂ ਨੂੰ ਸਾਧ ਆ ਗਿਆ, ਰਸ ਆ ਗਿਆ। ਜਿਉ ਗੂੰਗਾ ਮਨ ਮੈਂ ਬਿਸਮਾਦ। ਜਿਵੇਂ ਗੂੰਗਾ ਕੋਈ ਸਵਾਦ ਲੈ ਕੇ ਮਨ 'ਚ ਬਿਸਮ ਹੁੰਦਾ ਨਾ, ਬੋਲ ਨਹੀਂ ਸਕਦਾ, ਏਦਾਂ ਜਿਨ੍ਹਾਂ ਨੇ ਇਸ ਨਾਮ ਰਸ ਨੂੰ ਮਾਣਿਆ ਉਹ ਵੀ ਵਿਸਮਾਦ ਵਿੱਚ ਆ ਗਏ, ਬੋਲ ਕੇ ਨਹੀਂ ਦੱਸ ਸਕੇ। ਆਨੰਦ ਰੂਪ ਸਭ ਨਜ਼ਰੀ ਆਇਆ। ਹੁਣ ਸਾਰਿਆਂ ਵਿੱਚ ਆਨੰਦ ਰੂਪ ਪਰਮੇਸ਼ਰ ਹੀ ਨਜ਼ਰ ਆਇਆ ਹੈ। ਜਨ ਨਾਨਕ ਹਰ ਗੁਣ ਆਖ ਸਮਾਇਆ। ਅਖੀਰਲੀ ਪੰਕਤੀ 'ਚ ਪਾਤਸ਼ਾਹ ਕਹਿੰਦੇ, ਮੈਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਆਖ ਕੇ ਸੁਣਾਉਂਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਹ ਗਾਵਿਆ ਸੁਣਿਆ ਪਾਤਸ਼ਾਹ ਥਾਏ ਪਾਵਨ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਕੱਲ 26 ਤਰੀਕ ਨੂੰ ਜੋ ਹਰ ਮਹੀਨੇ ਦੇ ਅਖੀਰਲੇ ਐਤਵਾਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਜਪ ਤਪ ਸਮਾਗਮ ਹੁੰਦੇ ਨੇ। ਕੱਲ ਦੁਪਹਿਰੇ 12 ਤੋਂ 4 ਵਜੇ ਤੱਕ ਜਪਜੀ ਸਾਹਿਬ ਦੇ ਔਰ ਸੁਖਮਣੀ ਸਾਹਿਬ ਦੇ ਸੰਗਤੀ ਰੂਪ 'ਚ ਪਾਠ ਹੋਣਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਕੇ ਸੁਣ ਕੇ ਸਤਿਗੁਰਾਂ ਦਾ ਰਸ ਮਾਣਨਾ ਹੈ, ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਦੂਸਰੀ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ, ਜਿੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਸ਼ਹਾਦਤ ਦੇਣ ਵਾਸਤੇ ਜਦੋਂ ਦਿੱਲੀ ਨੂੰ ਗਏ ਨੇ ਤੇ ਚਰਨ ਪਾਏ ਹਨ, ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਜਿਸ ਦਿਨ ਸਤਿਗੁਰਾਂ ਨੇ ਚਰਨ ਪਾਏ ਸਨ, ਉਹ ਦਿਨ 2 ਅਕਤੂਬਰ ਨੂੰ ਜੋ ਹਰ ਸਾਲ ਸਾਲਾਨਾ ਗੁਰਮਤਿ ਜੋੜ ਮੇਲੇ ਮਨਾਏ ਜਾਂਦੇ ਨੇ, 2 ਅਕਤੂਬਰ ਨੂੰ ਗੁਰਮਤਿ ਸਮਾਗਮ ਸਜਣਗੇ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਗਾਇਨ ਕਰਨਗੇ। ਉਪਰੰਤ ਰਾਤ ਨੂੰ ਦੀਵਾਨ ਸਜਾਏ ਜਾਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।